हाँ जी, ਤਾਂ ਸਵਾਗਤ ਕਰਦੇ ਹਾਂ ਸਾਡੇ YouTube ਚੈਨਲ ਦੇ ਵਿੱਚ। ਤਾਂ ਅੱਜ ਜਿਹੜੀ ਪਹਿਲਾਂ ਸਭ ਤੋਂ ਪਹਿਲਾਂ ਵੈਰੀ ਗੁੱਡ ਈਵਨਿੰਗ। ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਰਿਕਾਰਡਡ ਹੋਏਗੀ, ਠੀਕ ਹੈ। ਇਹਦਾ ਜਿਹੜਾ ਅੱਜ ਵਾਲਾ ਸੈਸ਼ਨ ਹੈ ਇਹ ਰਿਕਾਰਡਡ ਹੋਏਗਾ। ਤਾਂ ਅੱਜ ਆਪਾਂ ਗੱਲ ਕਰਾਂਗੇ ਸੈੱਲ ਦੇ ਪਾਰਟਸ ਬਾਰੇ, ਠੀਕ ਹੈ। ਕੁਝ ਪਾਰਟ ਆਪਾਂ ਕੱਲ੍ਹ ਪੜ੍ਹ ਲਏ ਸੀ, ਠੀਕ ਹੈ। ਅੱਜ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਪਾਰਟ ਹੈ ਆਪਾਂ ਕੱਲ੍ਹ ਥੋੜ੍ਹਾ ਜਿਹਾ ਡਿਸਕਸ ਕਰਿਆ ਸੀ, ਨਿਊਕਲੀਅਸ, ਠੀਕ ਹੈ। ਤਾਂ ਨਿਊਕਲੀਅਸ ਜਿਹੜਾ ਸੈੱਲ ਦਾ ਸਭ ਤੋਂ ਮੇਨ ਪਾਰਟ ਹੁੰਦਾ ਹੈ, ਠੀਕ ਹੈ। ਮੇਨ ਪਾਰਟ ਆਫ ਸੈੱਲ ਦਾ ਸਭ ਤੋਂ ਮੇਨ ਪਾਰਟ ਦ ਨਿਊਕਲੀਅਸ, ਇਹਨੂੰ ਇਵੇਂ ਵੀ ਕਹਿ ਦਿੰਦੇ ਆ ਬ੍ਰੇਨ ਆਫ ਸੈੱਲ, ਠੀਕ ਹੈ। ਬ੍ਰੇਨ ਆਫ ਸੈੱਲ, ਦ ਨਿਊਕਲੀਅਸ ਕੈਨ ਬੀ ਥੋਟ ਆਫ ਐਜ਼ ਦ ਸੈੱਲਜ਼ ਹੈਡਕੁਆਟਰ, ਇਹਨੂੰ ਆਪਾਂ ਸੈੱਲ ਦਾ ਹੈਡਕੁਆਟਰ ਵੀ ਕਹਿ ਦਿੰਦੇ ਹਾਂ, ਠੀਕ ਹੈ। ਦਿਸ ਇਜ਼ ਨੋਰਮਲੀ ਵਨ ਨਿਊਕਲੀਅਸ, ਪਰ ਜ਼ਿਆਦਾਤਰ ਕੀ ਹੁੰਦਾ ਹੈ ਇੱਕ ਸੈੱਲ ਦੇ ਵਿੱਚ ਇੱਕ ਹੀ ਨਿਊਕਲੀਅਸ ਹੁੰਦਾ, ਜ਼ਿਆਦਾਤਰ, ਨਾਟ ਆਲਵੇਜ਼। ਇੱਕ ਸੈੱਲ ਵਿੱਚ ਇੱਕ ਹੀ ਨਿਊਕਲੀਅਸ ਹੁੰਦਾ, ਬਟ ਦਿਸ ਇਜ਼ ਨਾਟ ਆਲਵੇਜ਼ ਦਾ ਕੇਸ। ਮਤਲਬ ਕੁਝ ਸੈੱਲ ਹੁੰਦੇ ਨੇ ਜਿਵੇਂ ਸਕੈਲਟਲ ਮਸਲ ਸੈੱਲ ਹੁੰਦੇ ਨੇ, ਉਹਨਾਂ ਵਿੱਚ ਦੋ ਵੀ ਨਿਊਕਲੀਅਸ ਹੋ ਸਕਦੇ ਨੇ, ਠੀਕ ਹੈ। ਮਤਲਬ ਹੁਣ ਇਹਦੇ ਵਿੱਚ ਆਪਾਂ ਨੂੰ ਐਕਸੈਪਸ਼ਨਲ ਕੇਸ ਨੇ ਜਿਹੜੇ ਉਹ ਆਪਾਂ ਨੂੰ ਯਾਦ ਰੱਖਣੇ ਪੈਣਗੇ। ਦ ਨਿਊਕਲੀਅਸ ਕੰਟੇਨਸ ਦਾ ਮੇਜੋਰਿਟੀ, ਨਿਊਕਲੀਅਸ ਦੇ ਵਿੱਚ ਮੇਜੋਰਿਟੀ ਸਭ ਤੋਂ ਜ਼ਿਆਦਾ ਕੀ ਹੁੰਦਾ ਸੈੱਲ ਦਾ DNA, ਤੇ ਥੋੜੇ ਜਿਹੇ ਅਮਾਊਂਟ ਦੇ ਵਿੱਚ ਸਮਾਲ ਅਮਾਊਂਟ ਇਜ਼ ਹਾਊਸਡ ਇਨ ਮਾਈਟੋਕੌਂਡਰੀਆ, ਮਤਲਬ ਕੁਝ ਮਾਈਟੋਕੌਂਡਰੀਆ ਦਾ ਪਾਰਟ, ਜਿਹਨੂੰ ਆਪਾਂ ਅੱਗੇ ਡਿਸਕਸ ਕਰਦੇ ਹਾਂ। ਹੁਣ ਨਿਊਕਲੀਅਸ ਨੇ ਮੇਨ ਕੰਮ ਕੀ ਹੁੰਦਾ, ਦ ਨਿਊਕਲੀਅਸ ਸੈਂਡ ਆਊਟ ਦਾ ਮੈਸੇਜ ਟੂ ਟੈਲ ਦਾ ਸੈੱਲ ਟੂ ਗਰੋ, ਟੂ ਡਿਵਾਈਡ, ਟੂ ਡਾਈ। ਮਤਲਬ ਸੈੱਲ ਨੇ ਵਧਣਾ ਹੈ, ਘਟਣਾ ਹੈ, ਜੀਣਾ ਹੈ, ਮਰਨਾ ਹੈ, ਉਹ ਸਾਰਾ ਕੁਝ ਨਿਊਕਲੀਅਸ ਨੇ ਡਿਸਾਈਡ ਕਰਨਾ ਹੈ। ਤਾਂ ਆਪਾਂ ਇਹਨੂੰ ਕੀ ਕਹਾਂਗੇ, ਬ੍ਰੇਨ ਆਫ ਸੈੱਲ, ਠੀਕ ਹੈ। ਤਾਂ ਨਿਊਕਲੀਅਸ ਜਿਹੜਾ ਹੁੰਦਾ ਉਹ ਇੱਥੇ ਸੈੱਲ ਦੇ ਵਿਚਕਾਰ ਵਾਲਾ ਪਾਰਟ ਹੁੰਦਾ। ਮਤਲਬ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਸੈੱਲ ਦੇ ਵਿੱਚ ਜਿਹੜਾ ਨਿਊਕਲੀਅਸ ਹੈ ਉਹ ਵਿੱਚ ਹੀ ਲਾਈ ਕਰਦਾ ਹੋਵੇ, ਕਿਸੇ ਸਾਈਡ ਤੇ ਵੀ ਲਾਈ ਕਰ ਸਕਦਾ ਹੈ। ਉਸ ਤੋਂ ਬਾਅਦ ਹੈ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਸੈੱਲ ਮੈਂਬਰੇਨ ਵੀ ਕਹਿ ਦਿੰਦੇ ਹਾਂ। ਇਹ ਜਿਹੜਾ ਸੈੱਲ ਦੇ ਸਭ ਤੋਂ ਬਾਹਰ ਵਾਲੀ ਲੇਅਰ ਹੁੰਦੀ ਹੈ, ਮਤਲਬ ਆਊਟਰ ਮੋਸਟ ਲੇਅਰ, ਆਊਟਰ ਮੋਸਟ ਲੇਅਰ ਆਫ ਸੈੱਲ, ਠੀਕ ਹੈ। ਇਹ ਜਿਹੜੀ ਹੈ ਟੂ ਇਨਸ਼ੋਰ ਈਚ ਸੈੱਲ ਰਿਮੇਨ ਸੈਪਰੇਟ, ਇੱਕ ਸੈੱਲ ਨੂੰ ਦੂਜੇ ਸੈੱਲ ਤੋਂ ਸੈਪਰੇਟ ਕਰਨ ਵਾਸਤੇ, ਟੂ ਸੈਪਰੇਟ ਵਨ ਸੈੱਲ ਫਰੋਮ ਅਨਦਰ, ਇੱਕ ਸੈੱਲ ਨੂੰ ਦੂਜੇ ਸੈੱਲ ਨਾਲੋਂ ਅਲੱਗ ਕਰਨ ਵਾਸਤੇ ਪਲਾਜ਼ਮਾ ਮੈਂਬਰੇਨ ਯੂਜ਼ ਕਰੀ ਜਾਂਦੀ ਹੈ। ਇਟ ਇਜ਼ ਇਨਵੈਲਵਡ ਇਨ ਸਪੈਸ਼ਲ ਮੈਂਬਰੇਨ ਨੋਨ ਐਜ਼ ਪਲਾਜ਼ਮਾ ਮੈਂਬਰੇਨ। ਜਿਹੜਾ ਸੈੱਲ ਹੈ ਉਹ ਇੱਕ ਸਪੈਸ਼ਲ ਮੈਂਬਰੇਨ ਦੇ ਵਿੱਚ ਇਨਵੈਲਵਡ ਹੁੰਦਾ, ਜਿਹੜੀ ਪਲਾਜ਼ਮਾ ਮੈਂਬਰੇਨ ਨੂੰ ਕਹਿੰਦੇ, ਉਹਨੂੰ ਪਲਾਜ਼ਮਾ ਮੈਂਬਰੇਨ ਕਹਿੰਦੇ। ਐਂਡ ਦਿਸ ਮੈਂਬਰੇਨ ਇਜ਼ ਪ੍ਰੀਡੋਮੀਨੈਂਟਲੀ ਮੇਡ ਆਫ ਫਾਸਫੋਲਿਪਿਡ। ਤੇ ਪਲਾਜ਼ਮਾ ਮੈਂਬਰੇਨ ਕਾਹਦੀ ਬਣੀ ਹੁੰਦੀ ਹੈ, ਫਾਸਫੋਲਿਪਿਡ ਦੀ, ਠੀਕ ਹੈ। P for plasma membrane ਤੇ P for phospholipids, P for plasma membrane ਤੇ P for phospholipids, ਠੀਕ ਹੈ। ਉਸ ਤੋਂ ਬਾਅਦ ਇਹ ਕੰਮ ਕੀ ਕਰਦੀ, ਜੋ ਕੰਮ ਇੱਕ ਮਤਲਬ ਕੋਈ ਮੇਨ ਫੰਕਸ਼ਨ ਹੁੰਦਾ, ਜਿਹੜੀ ਪਲਾਜ਼ਮਾ ਮੈਂਬਰੇਨ ਹੁੰਦੀ ਉਹ SPM ਟਾਈਪ ਹੁੰਦੀ, ਯਾਨੀ ਕਿ ਸੈਮੀ ਪਰਮੀਏਬਲ ਮੈਂਬਰੇਨ। ਮਤਲਬ ਸੈਮੀ ਪਰਮੀਏਬਲ ਦਾ ਮਤਲਬ ਹੈ ਕੁਝ ਚੀਜ਼ਾਂ ਨੂੰ ਪਰਮਿਸ਼ਨ ਦੇ ਦਿੰਦੀ ਹੈ ਅੰਦਰ ਜਾਣ ਵਾਸਤੇ, ਕੁਝ ਨੂੰ ਪਰਮਿਸ਼ਨ ਨਹੀਂ ਦਿੰਦੀ, ਠੀਕ ਹੈ। ਤਾਂ ਇਹ ਗੇਟ ਕੀਪਰ ਦਾ ਕੰਮ ਕਰਦੀ ਹੈ। ਜਿਵੇਂ ਗੇਟ ਤੇ ਗੇਟ ਕੀਪਰ ਹੁੰਦਾ ਹੈ, ਉਹ ਪਹਿਲਾਂ ਚੈੱਕ ਕਰੇਗਾ ਪਰਸਨ ਅੰਦਰ ਜਾਣ ਵਾਲਾ ਹੈ ਜਾਂ ਨਹੀਂ ਹੈ। ਜੇ ਉਹਨਾਂ ਨੂੰ ਲੱਗਦਾ ਹੈ, ਮਤਲਬ ਸੈੱਲ ਮੈਂਬਰੇਨ ਨੂੰ ਲੱਗਦਾ ਹੈ ਚੀਜ਼ ਸਹੀ ਹੈ, ਹਾਰਮਫੁਲ ਨਹੀਂ ਹੈ, ਤਾਂ ਉਹ ਅੰਦਰ ਜਾਣ ਦੇਗੀ, ਅਦਰਵਾਈਜ਼ ਨਹੀਂ ਜਾਣ ਦੇਗੀ। ਮਾਰਕਸ ਇਹ ਜਿਹੜਾ ਆਪਣਾ ਇਮਿਊਨਿਟੀ ਸਿਸਟਮ ਹੁੰਦਾ ਉਹਨੂੰ ਇਨਫੋਰਮ ਕਰਦਾ ਹੈ। ਦੀ ਰਿਸੈਪਟਰ ਐਕਟ ਐਜ਼ ਨੇਮ ਬੈਚਿਸ ਇਨਫੋਰਮਿੰਗ ਦਾ ਇਮਿਊਨ ਸਿਸਟਮ ਦੈਟ ਦਾ ਪਾਰਟ ਆਫ ਆਰਗਨਿਜ਼ਮ ਐਂਡ ਨਾਟ ਦਾ ਫॉर। ਮਤਲਬ ਇਹ ਉਹਨਾਂ ਨੂੰ ਦੱਸਦਾ ਹੈ, ਮਤਲਬ ਇੱਕ ਮਾਰਕ ਕਰ ਦਿੰਦਾ ਵੀ ਇਹ ਜਿਹੜਾ ਆਪਣੇ ਸੈੱਲ ਵਾਸਤੇ ਇਸੈਂਸ਼ੀਅਲ ਚੀਜ਼ ਹੈ, ਇਹ ਆਪਾਂ ਨੂੰ ਚਾਹੀਦੀ ਹੈ, ਠੀਕ ਹੈ। ਇਮਿਊਨਿਟੀ ਸਿਸਟਮ ਨੂੰ ਅਲਾਰਮ ਕਰ ਦਿੰਦਾ। ਕੋਈ ਵੀ ਕਈ ਵਾਰੀ ਕੀ ਹੁੰਦਾ ਪਲਾਜ਼ਮਾ ਮੈਂਬਰੇਨ ਦੇ ਵਿੱਚੋਂ ਕੋਈ ਚੀਜ਼ ਐਂਟਰ ਕਰ ਜਾਂਦੀ ਜਿਹਨੂੰ ਉਹ ਰੋਕ ਨਹੀਂ ਪਾਉਂਦਾ, ਬਟ ਉਹ ਟੌਕਸਿਕ ਹੁੰਦੀ, ਫਿਰ ਇਹ ਕੀ ਕਰਦਾ ਉਹਦੇ ਉੱਪਰ ਮਾਰਕ ਕਰ ਦਿੰਦਾ ਜਾਂ ਉਹਨੂੰ ਆਪਣੇ ਇਮਿਊਨਿਟੀ ਸੈੱਲ ਦੇ ਇਮਿਊਨਿਟੀ ਸਿਸਟਮ ਨੂੰ ਅਲਰਟ ਕਰ ਦਿੰਦਾ ਬਈ ਇੱਕ ਕੋਈ ਆਰਗਨਿਜ਼ਮ ਬਾਹਰੋਂ ਆ ਗਿਆ ਤੇ ਉਹਨੂੰ, ਉਹ ਟੌਕਸਿਕ ਹੈ, ਉਹਨੂੰ ਖਤਮ ਕੀਤਾ ਜਾਵੇ। ਕਮਿਊਨੀਕੇਟਰ, ਇਹ ਸੈੱਲ ਦੇ ਨਿਊਕਲੀਅਸ ਨੂੰ ਉਹਦੇ ਦੂਜੇ ਸੈੱਲ ਨਾਲ ਕਨੈਕਟ ਕਰਕੇ ਰੱਖਣ ਦਾ ਕੰਮ ਕਰਦੀ ਹੈ। ਤੇ ਫਾਸਟਨਰਸ, ਮਤਲਬ ਇਹ ਇਹਦੇ ਨਾਲ ਕੀ ਹੈ, ਕਈ ਰਿਸੈਪਟਰ ਇਹਦੇ ਉੱਪਰ ਜੁੜ ਜਾਂਦੇ ਨੇ ਤੇ ਫਿਰ ਕੀ ਹੈ ਦੂਜੇ ਸੈੱਲ ਨਾਲ ਕੰਬਾਈਨ ਕਰਦੇ ਨੇ,
ठीक है जी। तो आह अपने कोल हो गया प्लाज्मा मैंबरेन। ठीक है, प्लाज्मा मैंबरेन जिहड़ी हुंदी ओह सैल दे सब तो बाहर वाला पार्ट हुंदा है, आउटर मोस्ट पार्ट। ठीक है जी। उस तो बाद है साइटोप्लाज्म। साइटोप्लाज्म ਜਦੋਂ ਵੀ ਆਪਾਂ ਕੋਈ ਵੀ ਸੈੱਲ ਬਣਾਉਂਦੇ ਆ, ਠੀਕ ਹੈ, ਸੈੱਲ ਦੇ ਵਿੱਚ ਇੱਕ ਲਿਕੁਇਡ ਪਿਆ ਹੁੰਦਾ, ਸੈੱਲ ਪੂਰਾ ਦਾ ਪੂਰਾ ਇੱਕ ਲਿਕੁਇਡ ਨਾਲ ਫਿਲਡ ਹੁੰਦਾ ਹੈ। ਤਾਂ ਸਾਈਟੋਪਲਾਜ਼ਮ ਇਜ਼ ਦ ਇੰਟੀਰੀਅਰ ਆਫ ਸੈੱਲ ਦੈਟ ਸਰਾਊਂਡਸ ਦਾ ਨਿਊਕਲੀਅਸ। ਇਹ ਨਿਊਕਲੀਅਸ ਨੂੰ ਸਰਾਊਂਡ ਕਰ ਰੱਖਦਾ ਤੇ 80% ਇਹਦੇ ਵਿੱਚ ਵਾਟਰ ਹੁੰਦਾ ਹੈ, ਬਾਕੀ ਇਹਦੇ ਵਿੱਚ ਜੈਲੀ ਲਾਈਕ ਫਲੂਇਡ ਹੁੰਦਾ ਜਿਹਨੂੰ ਸਾਈਟੋਸੋਲ ਕਹਿੰਦੇ ਨੇ। ਤੇ ਇਹ ਸੈੱਲ ਦਾ ਸਾਰਾ ਮੀਡੀਅਮ ਇਹ ਬਣਾਉਂਦਾ ਹੈ। ਸਾਈਟੋਪਲਾਜ਼ਮ ਜਿਹੜਾ ਸੈੱਲ ਦਾ ਸਾਰਾ ਮੀਡੀਅਮ ਇਹ ਬਣਾਉਂਦਾ ਹੈ। ਇਹਦੇ ਵਿੱਚ ਹੁੰਦਾ ਕੀ ਹੈ, ਲਗਭਗ 80% ਵਾਟਰ ਤੇ ਨਾਲ ਇੱਕ ਜੈਲੀ ਲਾਈਕ ਮਟੀਰੀਅਲ ਹੁੰਦਾ ਹੈ ਜਿਹਨੂੰ ਆਪਾਂ ਕੀ ਕਹਿੰਦੇ ਹਾਂ, ਸਾਈਟੋਸੋਲ। ਠੀਕ ਹੈ, ਬਸ ਮੇਨਲੀ ਆਹ ਚੀਜ਼ ਪਤਾ ਹੋਣੀ ਚਾਹੀਦੀ ਹੈ, ਪਲਾਜ਼ਮਾ ਮੈਮਬਰੇਨ ਕਿੱਥੇ ਹੁੰਦੀ ਹੈ, ਕੀ ਕੰਮ ਹੁੰਦਾ ਹੈ ਤੇ ਕਿਸ ਚੀਜ਼ ਦੀ ਬਣੀ ਹੁੰਦੀ ਹੈ। ਠੀਕ ਹੈ ਜੀ, ਕਿੱਥੇ ਹੁੰਦੀ ਹੈ, ਕੀ ਕੰਮ ਹੁੰਦਾ ਹੈ ਤੇ ਕਿਸ ਚੀਜ਼ ਦੀ ਬਣੀ ਹੁੰਦੀ ਹੈ। ਤਾਂ ਸਾਈਟੋਪਲਾਜ਼ਮ ਕੀ ਹੈ, ਇੱਕ ਮੀਡੀਅਮ ਪ੍ਰੋਵਾਈਡ ਕਰਦਾ ਹੈ ਸੈੱਲ ਦੇ ਵਿੱਚ ਜਿੰਨੀਆਂ ਵੀ ਇੰਟਰਸੈਲੂਲਰ ਐਕਟੀਵਿਟੀਜ਼ ਹੋਣੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਨੂੰ ਪਰਫਾਰਮ ਵਾਸਤੇ ਇੱਕ ਮੀਡੀਅਮ ਚਾਹੀਦਾ ਹੁੰਦਾ। ਤਾਂ ਉਹ ਮੀਡੀਅਮ ਕੀ ਹੁੰਦਾ, ਸਾਈਟੋਪਲਾਜ਼ਮ। ਠੀਕ ਹੈ, ਇਹ ਬਣੀ ਕਾਹਦੇ ਤੋਂ ਹੁੰਦੀ ਹੈ, ਵਾਟਰ ਤੇ ਸਾਈਟੋਸੋਲ। ਸਾਈਟੋਸੋਲ ਇੱਕ ਜੈਲੀ ਟਾਈਪ ਮਟੀਰੀਅਲ ਹੁੰਦਾ ਹੈ ਤੇ ਉਹਦੇ ਵਿੱਚ 80% ਪਾਣੀ ਹੁੰਦਾ ਤੇ ਬਾਕੀ 20% ਸਾਈਟੋਸੋਲ ਹੁੰਦਾ। ਠੀਕ ਹੈ, ਉਸ ਤੋਂ ਬਾਅਦ ਨੇ ਲਾਈਸੋਸੋਮ। ਜਿਹੜੇ ਲਾਈਸੋਸੋਮ ਨੇ ਉਹਨਾਂ ਦੇ ਵਿੱਚ ਇੱਕ ਸਪੈਸ਼ਲ ਟਾਈਪ ਦੇ ਐਨਜ਼ਾਈਮ ਹੁੰਦੇ ਨੇ। ਲਾਈਸੋਸੋਮ ਦੇ ਵਿੱਚ ਇੱਕ ਸਪੈਸ਼ਲ ਐਨਜ਼ਾਈਮ ਹੁੰਦੇ ਨੇ ਜਿਹੜੇ ਕਿਸੇ ਵੀ ਚੀਜ਼ ਦੀ ਬ੍ਰੇਕ ਡਾਊਨ ਕਰ ਸਕਦੇ ਨੇ। ਸਪੈਸ਼ਲ ਐਨਜ਼ਾਈਮ ਹੁੰਦੇ ਨੇ ਫਾਰ ਬ੍ਰੇਕ ਡਾਊਨ ਆਫ ਮੋਲੀਕੂਲਸ ਦੇ ਬ੍ਰੇਕ ਡਾਊਨ ਵਾਸਤੇ। ਇਹ ਜਿੰਨਾ ਵੀ ਟੌਕਸਿਕ ਮਟੀਰੀਅਲ ਜਾਂ ਕੋਈ ਵੀ ਪਰਆਕਸਾਈਡ ਜਾਂ ਕੁਝ ਵੀ ਆਉਂਦਾ ਜਾਂ ਫੋਰਨ ਮਟੀਰੀਅਲ ਹੁੰਦੇ ਨੇ ਉਹਨਾਂ ਨੂੰ ਡਿਸਟਰੋਏ ਕਰ ਦਿੰਦੇ ਨੇ। ਟੂ ਡਿਸਟਰੋਏ ਦਾ ਫੋਰਨ ਮਟੀਰੀਅਲ। ਠੀਕ ਹੈ, ਤੇ ਇਹਨਾਂ ਦੀ ਇੱਕ ਹੋਰ ਖਾਸੀਅਤ ਹੁੰਦੀ ਹੈ, ਜਦੋਂ ਸੈੱਲ ਨੂੰ ਲੱਗਦਾ ਹੈ ਕੰਡੀਸ਼ਨਸ ਫੇਵਰੇਬਲ ਨਹੀਂ ਤਾਂ ਇਹ ਜਦੋਂ ਲਾਈਸੋਸੋਮ ਇੱਕ ਬੈਗ ਟਾਈਪ ਮਤਲਬ ਇੱਕ ਬੈਗ ਹੁੰਦਾ ਜਿਹਦੇ ਵਿੱਚ ਐਨਜ਼ਾਈਮ ਹੁੰਦੇ ਨੇ ਤਾਂ ਉਹ ਬੈਗ ਆਪਦੇ ਆਪ ਓਪਨ ਹੋ ਜਾਂਦਾ ਹੈ ਤੇ ਉਹ ਇੰਨਾ ਮਤਲਬ ਐਨਜ਼ਾਈਮ ਇੰਨੇ ਕੁ ਐਕਟਿਵ ਹੁੰਦੇ ਨੇ ਉਹ ਸੈੱਲ ਨੂੰ ਹੀ ਖਤਮ ਕਰ ਦਿੰਦੇ ਨੇ। ਮਤਲਬ ਸੈੱਲ ਦੇ ਵਿੱਚ ਦਾ ਵਾਲਾ ਜੇ ਲਾਈਸੋਸੋਮ ਦਾ ਬੈਗ ਫਟ ਜਾਵੇ ਤਾਂ ਉਹ ਸੈੱਲ ਨੂੰ ਵੀ ਖਤਮ ਕਰ ਦਿੰਦੇ ਨੇ। ਤਾਂ ਕਰਕੇ ਜਿਹੜੇ ਲਾਈਸੋਸੋਮ ਹੁੰਦੇ ਨੇ ਉਹਨਾਂ ਨੂੰ ਸੁਸਾਈਡਲ ਬੈਗ ਕਹਿੰਦੇ ਨੇ। ਉਹਨਾਂ ਨੂੰ ਸੁਸਾਈਡਲ ਬੈਗ ਕਹਿੰਦੇ ਨੇ, ਸੁਸਾਈਡਲ ਬੈਗ ਆਫ ਦਾ ਸੈੱਲ। ਠੀਕ ਹੈ ਜੀ, ਇਹ ਹੁੰਦੇ ਨੇ ਲਾਈਸੋਸੋਮ। ਉਸ ਤੋਂ ਬਾਅਦ ਨੇ ਗੋਲਗੀ ਐਪਰੇਟਸ। ਗੋਲਗੀ ਐਪਰੇਟਸ ਨੂੰ ਮਤਲਬ ਇਹ ਕੀ ਹੁੰਦਾ ਹੈ, ਇਹਨੂੰ ਸੈੱਲ ਦਾ ਪੋਸਟ ਆਫਿਸ ਵੀ ਕਹਿ ਦਿੰਦੇ ਨੇ। ਠੀਕ ਹੈ, ਮਤਲਬ ਇਹ ਟਰਾਂਸਪੋਰਟੇਸ਼ਨ ਦਾ ਕੰਮ ਕਰਦਾ। ਇਨਫੋਰਮੇਸ਼ਨ ਇਹ ਇਹਦੇ ਵਿੱਚ ਕੀ ਹੁੰਦੀਆਂ ਨੇ, ਆਈਟਮਸ ਪੈਕਡ ਹੁੰਦੀਆਂ ਨੇ ਤੇ ਲੇਬਲਡ ਹੁੰਦੀਆਂ ਨੇ। ਵਨਸ ਮਟੀਰੀਅਲ ਲੀਵ ਦੇ ਮਸਟ ਬੀ ਯੂਜ਼ਡ ਵਿਦਿਨ ਦਾ ਸੈੱਲ ਔਰ ਟੇਕਨ। ਮਤਲਬ ਇਹ ਉਹਨਾਂ ਤੇ ਲੇਬਲਿੰਗ ਕਰਦਾ ਹੈ ਕਿਹੜਾ ਮਟੀਰੀਅਲ ਸੈੱਲ ਦੇ ਅੰਦਰੋਂ ਆਇਆ, ਕਿਹੜਾ ਮਟੀਰੀਅਲ ਸੈੱਲ ਦੇ ਬਾਹਰੋਂ ਆਇਆ। ਤਾਂ ਗੋਲਗੀ ਐਪਰੇਟਸ ਨੂੰ ਗੋਲਗੀ ਬੋਡੀਜ਼ ਨੂੰ ਪੋਸਟ ਆਫਿਸ ਆਫ ਦਾ ਸੈੱਲ ਵੀ ਕਹਿ ਦਿੰਦੇ ਨੇ। ਉਸ ਤੋਂ ਬਾਅਦ ਹੈ ਮਾਈਟੋਕੌਂਡਰੀਆ। ਮਾਈਟੋਕੌਂਡਰੀਆ ਨੂੰ ਸੈੱਲ ਦਾ ਪਾਵਰ ਹਾਊਸ ਕਹਿੰਦੇ ਨੇ। ਇਹਨੂੰ ਆਪਾਂ ਕਹਿ ਦਿੰਦੇ ਹਾਂ ਸੈੱਲ ਦਾ ਪਾਵਰ ਹਾਊਸ। ਠੀਕ ਹੈ, ਮਤਲਬ ਸਾਰੀ ਦੀ ਸਾਰੀ ਐਨਰਜੀ ਇਹਦੇ ਵਿੱਚ ਸਟੋਰ ਹੁੰਦੀ ਹੈ। ਠੀਕ ਹੈ, ਤੇ ਇਹਦੇ ਵਿੱਚ ਐਨਰਜੀ ਜਿਹੜੀ ਫਾਰਮ ਸਟੋਰ ਹੁੰਦੀ ਹੈ ਉਹ ਉਹਨੂੰ ਕਹਿੰਦੇ ਨੇ ATP। ਠੀਕ ਹੈ, ਹੁਣ ਕੀ ਹੁੰਦਾ ਹੈ, ਜਿਹੜਾ ATP ਹੁੰਦਾ ਹੈ ਉਹਦੀ ਫੁੱਲ ਫਾਰਮ ਹੁੰਦੀ ਹੈ ਐਡੋਨਸੀਨ ਟ੍ਰਾਈਫਾਸਫੇਟ। ਠੀਕ ਹੈ, ਹੁਣ ਜਿਹੜੇ ATP ਹੁੰਦੇ ਨੇ ਇਹਨਾਂ ਦਾ ਇੱਕ ਹੋਰ ਨਾਮ ਹੁੰਦਾ ਹੈ, ATP ਨੂੰ ਆਪਣੀ ਬੋਡੀ ਦੀ ਐਨਰਜੀ ਕਰੰਸੀ ਵੀ ਕਹਿ ਦਿੰਦੇ ਨੇ। ਠੀਕ ਹੈ, ਹੁਣ ਉਹ ਕਿਉਂ ਕਹਿੰਦੇ ਨੇ, ਆਪਾਂ ਨੂੰ ਪਤਾ ਹੈ ਆਪਣੀ ਬੋਡੀ ਨੂੰ એનર્ਜੀ ਚਾਹੀਦੀ ਹੁੰਦੀ ਹੈ ਤੇ ਕਿਸੇ ਵੀ ਜਗ੍ਹਾ ਤੇ ਜੇਕਰ એનર્ਜੀ ਚਾਹੀਦੀ ਹੈ ਨਾ ਉੱਥੇ ਆਹ ATP ਮੋਲੀਕਿਊਲਸ ਪਹੁੰਚ ਜਾਂਦੇ ਨੇ। ATP ਮੋਲੀਕਿਊਲਸ ਉੱਥੇ ਜਾ ਕੇ ADP ਪਲੱਸ P ਪਲੱਸ એનર્ਜੀ ਰਿਲੀਜ਼ ਕਰ ਦਿੰਦੇ ਨੇ। ADP ਦਾ ਮਤਲਬ ਹੁੰਦਾ ਹੈ ਐਡੋਨਸੀਨ ਡਾਈਫਾਸਫੇਟ। ਇਹ ਉੱਥੇ ਜਾ ਕੇ ATP ADP ਵਿੱਚ ਕਨਵਰਟ ਹੋ ਜਾਂਦੇ ਨੇ, ਨਾਲ ਇੱਕ ਫੋਸਫੇਟ ਰਿਲੀਜ਼ ਕਰਦੇ ਨੇ ਤੇ ਨਾਲ એનર્ਜੀ ਰਿਲੀਜ਼ ਕਰਦੇ ਨੇ। ਠੀਕ ਹੈ, ਤੇ ਫਿਰ ਦੁਬਾਰਾ ਇਹ ਸੈੱਲ ਵਿੱਚ ਆਉਂਦੇ ਨੇ ਮਾਈਟੋਕੌਂਡਰੀਆ ਕੋਲੋਂ ADP ਪਲੱਸ ਫੋਸਫੇਟ ਪਲੱਸ ਉੱਥੋਂ એનર્ਜੀ ਲੈ ਕੇ ਜਾਂਦੇ ਨੇ ਤੇ ਜਿਸ ਜਗ੍ਹਾ ਤੇ એનર્ਜੀ ਚਾਹੀਦੀ ਹੁੰਦੀ ਹੈ ਉੱਥੇ ਜਾ ਕੇ ਇਹ ATP ਫਿਰ ਕੰਜ਼ਿਊਮ ਹੋ ਜਾਂਦੇ ਨੇ ATP ਵਿੱਚ।
ठीक है। ये प्रोसैस इवें चलदा जांदा है, मतलब ATP एनर्जी की करंसी हुंदी है, जिथे अपने कोल एनर्जी चाहिदी हुंदी है उत्थे ADP पहुँचते हैं, ठीक है। वो ADP ATP ADP च कन्वर्ट हो जाते हैं, प्लस एक फास्फेट तो प्लस एनर्जी, वो एनर्जी वो सैल यूज़ कर लेंगे हैं, उस तो बाद अगे काम चलता रहता है, ठीक है। इसी माइटोकॉन्ड्रिया इनू सैल का ही पावर हाउस भी कह देंगे ने, या एनर्जी का सारा स्टोर इन्हों में होंगे। उस तो बाद होंगे राइबोसोम, राइबोसोम्स नू सैल की प्रोटीन फैक्टरी कहते हैं, सैल की प्रोटीन फैक्टरी, जिन्नी भी प्रोटीन का सिंथेसिस होना होंगे वो राइबोसोम्स होंगे, ठीक है। जिन्ना भी प्रोटीन का सिंथेसिस होंगे वो राइबोसोम्स होंगे, ठीक है जी। तो यही सी सैल के मेन पार्ट, ठीक है। हुण कुछ ऑर्गेनाइज डिस्कस करते हैं, ठीक है। इन्होंने मोस्ट प्रोबली एक क्वेश्चन आना चाहिए, तो सैल के न्यूक्लीयस होंगे, न्यूक्लीयस के होंगे ने DNA, ठीक है। जोड़ा न्यूक्लियोलस होंगे, मतलब न्यूक्लियोलस जोड़ा होंगे वो हाँ होंगे जो न्यूक्लीयस जो मटीरियल होंगे उन्होंने कहते न्यूक्लियोलस। तो न्यूक्लियोलस की करता है राइबोसोम्स बनाता है, माइटोकॉन्ड्रिया एनर्जी रिलीज करता है, इन्हों आप होर भी कह दें पावर हाउस ऑफ सैल, ये अपने को सैल का पावर हाउस है, ठीक है। क्लोरोप्लास्ट, क्लोरोप्लास्ट एक स्पैशल टाइप के सैल होंगे जो प्लांट सैल प्रेजेंट होंगे, ठीक है। इस तो बाद आप जो पढ़ना है प्लांट सैल एनीमल सैल डिफरेंस, ठीक है। क्लोरोप्लास्ट स्पैशल सैल होंगे जो प्लांट सैल होंगे ने, ठीक है। ये की करते हैं फोटोसिंथेसिस करवाते हैं, जोड़े क्लोरोप्लास्ट होंगे ने फोटोसिंथेसिस करवाते हैं, हेल्प इन फोटोसिंथेसिस, फोटोसिंथेसिस हेल्प करवाते हैं। राइबोसोम्स मेक प्रोटीन, इन्हों आप सैल की प्रोटीन फैक्टरी भी कह सकते हैं, इन्होंने आप प्रोटीन फैक्टरी भी कह सकते हैं। उस तो बाद एंडोप्लाज्मिक रेक्टिकुलम, एंडोप्लाज्मिक रेक्टिकुलम जोड़े होंगे ने वो कैरीज प्रोटीन इन पैसेज वे, मतलब वो प्रोटीन ट्रांसपोर्ट करने का काम करते हैं, ठीक है। उन्होंने आप कह सकते हैं प्रोटीन कैरियर, ठीक है। उस तो बाद गोल्गी बॉडीज पैकेज एंड शिप प्रोटीन, मतलब प्रोटीन की पैकेजिंग की शिपिंग वास्ते यूज करते हैं, पोस्ट ऑफिस ऑफ सैल भी कह देंगे। उस तो बाद लाइसोसोम्स, लाइसोसोम्स जोड़े होंगे ने वो ब्रेक डाउन, मतलब जोड़ा किसी भी सैल के जो भी मटीरियल होंगे वह की करते हैं ब्रेक डाउन करते हैं। इन्हों आप एक होर नाम भी पढ़िया सी सुसाइडल बैग, मतलब ये इन्ने को इन्होंने पावरफुल एंजाइम होंगे ने जोड़े किसी भी चीज़ को मतलब खत्म कर सकते हैं, किसी भी चीज़ को ब्रेक डाउन कर सकते हैं, ठीक है। उस तो बाद सैल वाल, तो जी सैल वाल होंगी है ये की है, मतलब प्लाज्मा मैंबरेन या सैल मैंबरेन तो थोड़ी अलग होंगी है, ठीक है। इन्हू थोड़ा जहा आप अलग तो हाईलाइट कर दें, एक अपने को क्लोरोप्लास्ट इनू रैड नाल डिनोट कर दें, तो एक आप सैल वाल इनू रैड नाल डिनोट कर दें, एक आह तो एक आह, ये दोनों जोड़े रैड वाले ने ये प्लांट सैल होंगे ने, ये एनीमल सैल नहीं होंगे, आप नॉर्मली एनीमल सैल पढ़िया सी, ठीक है। सैल वाल होंगी है, ये सैल मैंबरेन के भी बाहर एक कवरिंग होंगी है, जी सैल मैंबरेन के भी बाहर एक कवरिंग होंगी है, एक हार्ड कवरिंग होंगी है, ठीक है। उन्होंने कहते हैं सैल वाल, ठीक है। ये एक्सट्रा प्रोटैक्शन प्रोवाइड करती, आपको पता है जोड़े प्लांट होंगे ने उन्होंने जोड़ा आउटर मोस्ट सरफेस होंगे वो हार्ड होंगे, ठीक है। तो वो हार्ड की वजह करके होंगे सैल वाल करके, प्रेजेंस ऑफ सैल वाल करके जोड़े वो अलग होंगे, सैल वाल प्रोटैक्ट ते सपोर्ट करती है सैल, ठीक है। उस तो बाद है सैल मैंबरेन, सैल मैंबरेन आप सैल मैंबरेन या प्लाज्मा मैंबरेन एक ही चीज़ होंगी है, आप सैल मैंबरेन भी लिख दें तो प्लाज्मा मैंबरेन भी लिख दें, ठीक है। सैल मैंबरेन या प्लाज्मा मैंबरेन, तो ये की होंगे आप पढ़े प्लाज्मा मैंबरेन फोस्फोलिपिड्स की बनी होंगी है, तो सैल नू कंट्रोल्स वट एंटर और एग्जिस्ट द सैल, ठीक है। इनू आप SPM भी कह दें सैमी परमीएबल मैंबरेन। उस तो बाद वैक्यूल्स, वैक्यूल्स की होंगे ने इन्हों स्टोरेज, मतलब ये जोड़े वैक्यूल्स होंगे ने ये एम्पटी स्पेस होंगे, एम्पटी स्पेस कह लो या एम्पटी
ठीक है, जिंदे विच मतलब सैल का कुछ कोई भी जी एक्सट्रा फूड है या कोई भी एक्सट्रा फैट है प्रोटीन है वो स्टोर हो सकते हैं। ठीक है, ये भी ज़्यादातर प्लांट होंगे ने ਜਿਹੜੇ ਜਿਹੜੇ ਰੈੱਡ ਨਾਲ ਮਾਰਕ ਕਰੇ ਹੋਏ ਨੇ ਉਹ ਕੀ ਹੁੰਦੇ ਨੇ ਉਹਦੇ ਵਿੱਚ ਪਲਾਂਟ ਸੈੱਲ ਵਿੱਚ ਹੁੰਦੇ ਨੇ। ਠੀਕ ਹੈ, ਐਨੀਮਲ ਸੈੱਲ ਵਿੱਚ ਵੈਕਿਊਲਸ ਹੁੰਦੇ ਨੇ ਬਟ ਬਹੁਤ ਥੋੜੇ ਹੁੰਦੇ ਨੇ। ਜਿਹੜੇ ਜਿਹੜੇ ਰੈੱਡ ਨਾਲ ਮਾਰਕ ਕਰੇ ਹੋਏ ਨੇ ਉਹ ਪਲਾਂਟ ਸੈੱਲ ਵਿੱਚ ਹੁੰਦੇ ਨੇ। ਉਸ ਤੋਂ ਬਾਅਦ ਸਾਈਟੋਪਲਾਜ਼ਮ ਜਿਹੜਾ ਇੱਕ ਫਲੂਇਡ ਹੁੰਦਾ ਹੈ ਜਿਹੜਾ ਇੱਕ ਮੀਡੀਅਮ ਪ੍ਰੋਵਾਈਡ ਕਰਦਾ ਹੈ। ਇਟ ਪ੍ਰੋਵਾਈਡਸ ਮੀਡੀਅਮ, ਇਹ ਆਪਾਂ ਨੂੰ ਕੀ ਹੈ ਇੱਕ ਮੀਡੀਅਮ ਪ੍ਰੋਵਾਈਡ ਕਰਦਾ ਹੈ। ਠੀਕ ਹੈ, ਉਸ ਤੋਂ ਬਾਅਦ ਫਲੈਗਲਾ, ਇਹ ਮਤਲਬ ਕੋਈ ਵੀ ਸੈੱਲ ਹੁੰਦਾ ਨਾ ਸੈੱਲ ਦੇ ਬਾਹਰ ਇੱਕ ਹੇਅਰ ਲਾਈਕ ਸਟਰਕਚਰਸ ਹੁੰਦੀਆਂ ਨੇ। ਠੀਕ ਹੈ, ਉਹਨਾਂ ਨੂੰ ਕਹਿੰਦੇ ਨੇ ਫਲੈਗਲਾ। ਇਹ ਮੂਵਮੈਂਟ ਕਰਾਉਂਦੇ ਨੇ, ਇਹ ਸੈੱਲ ਦੇ ਬਾਹਰ ਹੁੰਦੇ ਨੇ। ਠੀਕ ਹੈ, ਉਸ ਤੋਂ ਬਾਅਦ ਪਿਲੀ, ਕਈ ਵਾਰੀ ਕੀ ਹੁੰਦਾ ਇੱਕ ਸੈੱਲ ਦੂਜੇ ਸੈੱਲ ਨਾਲ ਅਟੈਚ ਹੁੰਦਾ ਤਾਂ ਉਹ ਅਟੈਚਮੈਂਟ ਵਾਸਤੇ ਜਿਹੜੀ ਸਟਰਕਚਰ ਯੂਜ਼ ਕਰਦੇ ਉਹਨੂੰ ਕਹਿੰਦੇ ਨੇ ਪਿਲੀ। ਠੀਕ ਹੈ, ਮਤਲਬ ਇਹ ਥੋੜੇ ਮਾਈਨਰ ਆਰਗੇਨਾਈਜ਼ ਹੁੰਦੇ ਨੇ, ਇਹ ਸੈੱਲ ਤੋਂ ਬਾਹਰ ਹੁੰਦੇ ਨੇ। ਫਲੈਗਲਾ ਤੇ ਪਿਲੀ ਦੋਨੋਂ ਕੀ ਹੁੰਦੇ ਨੇ ਬਾਹਰ ਹੁੰਦੇ ਨੇ। ਉਸ ਤੋਂ ਬਾਅਦ ਹੈ ਕੈਪਸੂਲ ਸੈੱਲ ਦੇ ਵਿੱਚ ਇੱਕ ਪਾਰਟ ਹੁੰਦਾ ਜਿਹੜਾ ਉਹਨੂੰ ਬੈਕਟੀਰੀਆ ਤੋਂ ਬਚਾ ਕੇ ਰੱਖਦਾ। ਠੀਕ ਹੈ, ਡੀਐਨਏ ਮਤਲਬ ਸੈੱਲ ਦੇ ਵਿੱਚ ਜਿੰਨਾ ਵੀ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਉਹ ਡੀਐਨਏ ਵਿੱਚ ਪ੍ਰੈਜੈਂਟ ਹੁੰਦਾ। ਸੈੱਲ ਦੇ ਵਿੱਚ ਜਿੰਨਾ ਵੀ ਜੈਨੇਟਿਕ ਮਟੀਰੀਅਲ ਹੁੰਦਾ ਉਹ ਡੀਐਨਏ ਦੇ ਵਿੱਚ ਪ੍ਰੈਜੈਂਟ ਹੁੰਦਾ ਹੈ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਤਾਂ ਪਲੀਜ਼ ਇਹਨੂੰ ਇੱਕ ਵਾਰੀ ਪੜ੍ਹ ਲਿਓ ਜੀ। ਉਸ ਤੋਂ ਬਾਅਦ ਜਿਹੜੇ ਕੁਐਸਚਨਸ ਨੇ ਉਹ ਆਪਾਂ ਗਰੁੱਪ ਵਿੱਚ ਐਡ ਕਰ ਦਿਆਂਗੇ ਅਤੇ ਜਿਹੜੇ ਬੱਚੇ ਗਰੁੱਪ ਵਿੱਚ ਨਹੀਂ ਹੈਗੇ ਉਹ ਇਸ ਨੰਬਰ 'ਤੇ ਮੈਸੇਜ ਕਰ ਦੇਣ ਤਾਂ ਉਹਨਾਂ ਨੂੰ ਗਰੁੱਪ ਵਿੱਚ ਐਡ ਕਰ ਲਿਆ ਜਾਵੇਗਾ। ਠੀਕ ਹੈ, ਅਤੇ ਡੇਲੀ ਕਲਾਸ ਲੱਗਿਆ ਕਰੇਗੀ। ਇਹ ਟੀ ਕੈਡਰ ਵਾਸਤੇ ਹੈ, 9th ਕਲਾਸ ਦੀ ਸਾਇੰਸ ਵਾਸਤੇ ਹੈ, ਜਾਂ ਹੋਰ ਵੀ ਕੋਈ ਪਰਸਨ ਜਿਹੜਾ ਮੈਥ ਜਾਂ ਸਾਇੰਸ ਪੜ੍ਹਨ ਦਾ ਚਾਹਵਾਨ ਹੋਵੇ ਤਾਂ ਮੈਸੇਜ ਕਰ ਦਿਓ, ਤੁਹਾਨੂੰ ਗਰੁੱਪ ਵਿੱਚ ਐਡ ਕਰ ਦਿੱਤਾ ਜਾਵੇਗਾ। ਡੇਲੀ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ। ਠੀਕ ਹੈ ਜੀ, ਧੰਨਵਾਦ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ।